ਜਦੋਂ ਸਿੱਖ ਪੰਥ ਹੋਂਦ ਵਿੱਚ ਆਇਆ ਏ ਉਦੋਂ ਤੋਂ ਲੈ ਕੇ ਅੱਜ ਤੱਕ ਸਿੱਖਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਸੰਘਰਸ਼ ਦਾ ਸਾਹਮਣਾ ਕਰਨਾ ਪਿਆ। ਚਾਹੇ ਉਹ ਸਮਾਜਿਕ ਤੌਰ ਤੇ ਹੋਵੇ, ਚਾਹੇ ਧਾਰਮਿਕ ਤੌਰ ਤੇ ਹੋਵੇ, ਚਾਹੇ ਰਾਜਨੀਤਿਕ ਤੌਰ ਤੇ ਹੋਵੇ। ਜਿਹੜਾ ਵੀ ਸੰਗਰਾਮ ਕਰਦਾ ਹੈ ਉਸੇ ਨੂੰ ਸੂਰਮਾ ਕਿਹਾ ਜਾਂਦਾ ਹੈ। ਤਾਂ ਹੀ ਸਿੱਖ ਇਤਿਹਾਸ ਸੂਰਮਿਆਂ ਦੇ ਨਾਲ ਭਰਿਆ ਪਿਆ ਹੈ, ਕਿਉਂਕਿ ਇਹਨਾਂ ਨੇ ਉਦੋਂ ਤੋਂ ਲੈ ਕੇ ਅੱਜ ਤੱਕ ਸੰਗਰਾਮ ਹੀ ਕੀਤਾ ਹੈ। ਚਾਹੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਸੰਗਰਾਮ ਦੀ ਆਰੰਭਤਾ ਕੀਤੀ ਜਦੋਂ ਬਾਬਰ ਵਰਗਿਆਂ ਨੂੰ ਜ਼ਾਬਰ ਕਹਿ ਕੇ ਲਲਕਾਰਿਆ। ਮਹਾਰਾਜ ਨੇ ਕਹਿ ਦਿੱਤਾ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇਲਾ। ਭਾਵ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਸੰਗਰਾਮ ਦੀ ਆਰੰਭਤਾ ਕੀਤੀ ਹੈ ਤੇ ਉਸ ਤੋਂ ਬਾਅਦ ਪੀੜ੍ਹੀ ਦਰ ਪੀੜ੍ਹੀ ਉਹ ਟੱਕਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਚੱਲਦੀ ਆਈ। ਚਾਹੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਤੱਤੀ ਤਵੀ ਤੇ ਬੈਠ ਕੇ ਸ਼ਹਾਦਤ ਦਾ ਜਾਮ ਪੀਣਾ ਪਿਆ, ਚਾਹੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਹੋਈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਦੌਰਾਨ ਸਮੁੱਚਾ ਪਰਿਵਾਰ ਜਿਹੜਾ ਸੀ ਉਹ ਸਰਸਾ ਦੇ ਕੰਢੇ ਦੇ ਉੱਪਰ ਵਿਛੜਨ ਤੋਂ ਬਾਅਦ ਸ਼ਹਾਦਤ ਦਾ ਜਾਮ ਪੀ ਗਿਆ। ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ। ਇੱਥੇ ਹੀ ਬਸ ਨਹੀਂ, ਬਹੁਤ ਵਾਰ ਪੰਜਾਬ ਦੇ ਵਿੱਚ ਐਸਾ ਵੀ ਐਲਾਨ ਕਰ ਦਿੱਤਾ ਗਿਆ ਕਿ ਹੁਣ ਪੰਜਾਬ ਦੇ ਵਿੱਚ ਕਿਧਰੇ ਵੀ ਕੋਈ ਸਿੱਖ ਜਿਹੜਾ ਉਹ ਜਿੰਦਾ ਨਹੀਂ ਹੈ। ਭਾਵ ਸਾਰੇ ਸਿੱਖਾਂ ਨੂੰ ਅਸੀਂ ਖਤਮ ਕਰ ਦਿੱਤਾ ਹੈ। 1745 ਈਸਵੀ ਤੱਕ ਜ਼ਕਰੀਆ ਖਾਨ ਲਾਹੌਰ ਦਾ ਸੂਬੇਦਾਰ ਰਿਹਾ ਹੈ। ਇਸ ਦੀ ਮੌਤ ਤੋਂ ਬਾਅਦ ਇਸ ਦਾ ਪੁੱਤਰ ਜ਼ਹੀਆ ਖਾਨ ਲਾਹੌਰ ਦਾ ਸੂਬੇਦਾਰ ਬਣਿਆ। ਜ਼ਕਰੀਆ ਖਾਨ ਦੇ ਆਪਣੇ ਜੀਵਨ ਦਾ ਸਭ ਤੋਂ ਅਖੀਰਲਾ ਸ਼ਹੀਦ ਜਿਹੜਾ ਉਹ ਭਾਈ ਤਾਰੂ ਸਿੰਘ ਹੈ। ਭਾਈ ਤਾਰੂ ਸਿੰਘ ਦੀ ਸ਼ਹਾਦਤ ਤੋਂ ਬਾਅਦ ਨਾਲ ਹੀ ਜ਼ਕਰੀਆ ਖਾਨ ਦੀ ਮੌਤ ਹੋ ਜਾਂਦੀ ਹੈ। ਜਦੋਂ ਜ਼ਕਰੀਆ ਖਾਨ ਦੀ ਮੌਤ ਹੁੰਦੀ ਹੈ ਤੇ ਕੁਝ ਸਮਾਂ ਮਿਲਦਾ ਹੈ ਸਿੱਖਾਂ ਨੂੰ। ਜਦੋਂ ਸਿੱਖਾਂ ਨੇ ਦੁਬਾਰਾ ਤੋਂ ਜੰਗਲਾਂ ਤੋਂ ਬਾਹਰ ਆਣ ਕੇ ਪਿੰਡਾਂ ਦੇ ਵਿੱਚ ਆਪਣੀਆਂ ਗਤੀਵਿਧੀਆਂ ਕਰਨੀਆਂ ਸ਼ੁਰੂ ਕੀਤੀਆਂ, ਸਿੱਖ ਆਮ ਹੀ ਖੁੱਲ੍ਹੇਆਮ ਜਿਹੜੇ ਸਨ ਉਹ ਘੁੰਮਣ ਲੱਗ ਗਏ। ਪਰ ਇਹ ਬਹੁਤਾ ਕੋਈ ਲੰਮਾ ਸਮਾਂ ਨਾ ਮਿਲ ਸਕਿਆ। ਜ਼ਕਰੀਆ ਖਾਨ ਦੀ ਮੌਤ ਤੋਂ ਬਾਅਦ ਉਹਦਾ ਪੁੱਤਰ ਜ਼ਹੀਆ ਖਾਨ ਲਾਹੌਰ ਦੇ ਤਖਤ ਤੇ ਬੈਠਾ ਲਾਹੌਰ ਦਾ ਸੂਬੇਦਾਰ ਬਣਿਆ। ਉਹਨੇ ਦੋ ਖੱਤਰੀ ਭਰਾਵਾਂ ਨੂੰ ਲਖਪਤ ਰਾਏ ਤੇ ਜਸਪਤ ਰਾਏ, ਲਖਪਤ ਰਾਏ ਨੂੰ ਆਪਣਾ ਦੀਵਾਨ ਲਾ ਲਿਆ, ਜਸਪਤ ਰਾਏ ਨੂੰ ਆਪਣਾ ਫੌਜਦਾਰ ਲਾ ਲਿਆ। ਇਹਨਾਂ ਨੇ ਦੁਬਾਰਾ ਤੋਂ ਫਿਰ ਸਿੱਖਾਂ ਦੇ ਉੱਪਰ ਜ਼ੁਲਮ ਕਰਨੇ ਸ਼ੁਰੂ ਕੀਤੇ। ਉਹ ਜ਼ੁਲਮ ਦੀ ਦਾਸਤਾਨ ਫਿਰ ਉਦਾਂ ਹੀ ਚੱਲੀ ਜਿਵੇਂ ਪਹਿਲਾਂ ਸਿੱਖਾਂ ਦੇ ਉੱਪਰ ਚੱਲਦੀ ਪਈ ਸੀ। ਆਖਰ ਇੱਕ ਦਿਨ ਗੁਰੂ ਕੇ ਕੁਝ ਸਿੱਖ ਜਿਹੜੇ ਸਨ ਇੱਕ ਜਥੇ ਦੇ ਰੂਪ ਵਿੱਚ ਗੁਰਦੁਆਰਾ ਸ਼੍ਰੀ ਰੋੜੀ ਸਾਹਿਬ ਐਮਨਾਬਾਦ ਦੀ ਧਰਤੀ ਤੇ ਦਰਸ਼ਨ ਦਿਦਾਰੇ ਕਰਨ ਵਾਸਤੇ ਗਏ ਸਨ। ਜਾਂ ਇਉਂ ਕਹਿ ਸਕਦੇ ਹਾਂ ਕਿ ਇੱਧਰ ਸਿੱਖ ਜਿਹੜੇ ਸਨ ਉਹ ਇੱਕ ਜਥੇਬੰਦੀ ਦੇ ਰੂਪ ਦੇ ਵਿੱਚ, ਜਥੇ ਦੇ ਰੂਪ ਦੇ ਵਿੱਚ ਜਿਹੜੇ ਨੇ ਉਹ ਘੁੰਮਦੇ ਪਏ ਸਨ। ਐਮਨਾਬਾਦ ਦੀ ਧਰਤੀ ਦੇ ਉੱਪਰ ਜਦੋਂ ਉਹ ਸਿੱਖਾਂ ਦਾ ਜਥਾ ਰੁਕਿਆ ਹੋਇਆ ਸੀ, ਜਸਪਤ ਰਾਏ ਜਿਹੜਾ ਫੌਜਦਾਰ ਸੀ ਉਹਨੇ ਸੁਨੇਹਾ ਭੇਜਿਆ ਕਿ ਇਹ ਇਲਾਕਾ ਮੇਰਾ ਹੈ, ਤੁਸੀਂ ਇਸ ਇਲਾਕੇ ਨੂੰ ਛੱਡ ਕੇ ਚਲੇ ਜਾਓ। ਗੁਰੂ ਕੇ ਸਿੱਖਾਂ ਨੇ ਅੱਗੋਂ ਬੜੇ ਪਿਆਰ ਨਾਲ ਬੇਨਤੀ ਰੂਪ ਵਿੱਚ ਕਿਹਾ ਕਿ ਅਸੀਂ ਬਹੁਤ ਦਿਨਾਂ ਦੇ ਭੁੱਖੇ ਹਾਂ, ਇੱਕ ਰਾਤ ਕੱਟਣੀ ਹੈ, ਲੰਗਰ ਪਾਣੀ ਛਕਣਾ ਹੈ ਤੇ ਛਕ ਕੇ ਅਸੀਂ ਆਪੇ ਚਲੇ ਜਾਵਾਂਗੇ। ਪਰ ਜਸਪਤ ਰਾਏ ਜਿਨ੍ਹਾਂ ਦੇ ਸਿਰ ਨੂੰ ਸੱਤਾ ਦਾ ਨਸ਼ਾ ਚੜਿਆ ਹੋਵੇ, ਉਹ ਕਦਾਚਿਤ ਵਾਸਤੇ ਕਿਸੇ ਦੀ ਕੋਈ ਗੱਲ ਸੁਣਨ ਵਾਸਤੇ ਤਿਆਰ ਨਹੀਂ ਹੁੰਦੇ। ਅੱਜ ਦਾ ਵੀ ਐਸਾ ਸਮਾਂ ਹੈ ਜਿਨ੍ਹਾਂ ਦੇ ਸਿਰ ਦੇ ਉੱਪਰ ਰਾਜ ਦਾ ਭੂਤ ਸਵਾਰ ਹੋ ਗਿਆ ਹੈ ਨਾ, ਉਹ ਕਿਸੇ ਦੀ ਗੱਲ ਹੀ ਨਹੀਂ ਸੁਣਦੇ। ਇੱਦਾਂ ਜਸਪਤ ਰਾਏ ਵਰਗੇ ਲੋਕ ਸਨ। ਉਹਨੇ ਆਪਣੀ ਫੌਜ ਲੈ ਕੇ ਉਹ ਜਿਹੜਾ ਸਿੱਖਾਂ ਦਾ ਜਥਾ ਉੱਥੇ ਬੈਠਾ ਹੋਇਆ ਸੀ ਉਹਦੇ ਉੱਪਰ ਹਮਲਾ ਕਰ ਦਿੱਤਾ।
जदों हमला किया अगले पासों सिखां ने जवाबी कार्रवाई की ते इस दे विच सिखां दी जदों जसपत राय दे नाल झड़फ होई, एक गुरु का सिख सी जिहदा नाम भाई निभाऊ सिंह है, उन्हें वेख्या कि जसपत राय जिहड़ा है वह घोड़े दे उपर हाथी दे उपर चढ़िया होया है ते अपनी फौज की अगवाई कर रहा है। गुरु के सिख ने बड़ी फुर्ती दे नाल हाथी की पूछ नूं पकड़िया, पकड़ के हाथी दे उपर जाके बैठ गया। ऐसा भरवां वार किया कि जसपत राय का उन्हें सिर वढ़ दिता। जसपत राय दे सिर वढ़े जाण करके फौज जिहड़ी सी वो छेती दे नाल भज गई। सिखां ने उस सिर नूं अपने कब्जे दे विच लै लिया। फिर उस वक्त जिहड़ा लाहौर का दीवान लखपत राय है, उन्हें देखा कि मेरा छोटा भरा मार दिता गया है। इस गल के उपर वो बड़ा कलपिया। फिर सिखां दे नाल सौदेबाजी करके अपने भरा दे सिर का मुल तार के सिखां ने क्या साडे सिरां दे मुल पाए जांदे सी, अज जसपत राय दे सिर का मुल पवेगा। उन्हें अपने भरा दे सिर दे पैसे तार के ते वो सिर जिहड़ा है अपने कब्जे दे विच लिया। उस तो बाद लखपत राय इन्ना कलपिया, पागल हो गया गुस्से दे विच। ज़हिया खान का उस वक्त लाहौर का दरबार लग्या, उन्हें अपनी पग उतारी, लाहौर के सूबेदार ज़हिया खान के पैरों दे विच रख दिती ते क्या कहन लग्या कि ये पग मैं उन्ना चिर अपने सिर ते दोबारा नहीं रखांगा जिन्ना चिर अपने भरा का बदला नहीं लै लैंदा, जां जिन्ना चिर मैं सिखां दा पूरी तरह दे नाल खुरा खोज के नहीं मिटा दिंदा। जेड़े अपमानजनक बोल उस लखपत राय ने कहंदा कि एक खतरी ही गुरु नानक साहब महाराज जी सन जिन्हां ने इस सिख धर्म की आरंभता की है। कहंदा जेड़े एक खतरी ने इस धर्म नूं शुरू किया है, एक खतरी ही इस धर्म का नाश खत्म कर देवेगा। अपने आप वालों वो कहंदा पिया सी। उन्हें उस वक्त ढोलचियां नूं भेज के दूर दूर तक इस गल का ऐलान करवा दिता। कहंदा कि कोई भी मेरे राज दे विच गुड़ शब्द भी नहीं कह सकता। कहंदा गुड़ कहण दे नाल गुरु चेते आउंदा है। कोई भी ग्रंथ शब्द नहीं कहेगा, ग्रंथ कहण दे नाल गुरु ग्रंथ साहब महाराज चेते आउंदा है। पोथी कह सकते हो, गुड़ की जगह के उपर पेसी या ढेली कह सकते हो, गुड़ नहीं कह सकते। ये पाबंदियां ला दित्तियां गईयां। लाहौर दे विच जिन्ने सिख रहिंदे सन उन्हां सारे सिखां नूं गिरफ्तार किया गया। आम करके ते ऐसा हुंदा सी कि जिहड़े घरां विच रहिंदे सिख सी उन्हां नूं कुछ नहीं सी कहा जांदा। जिहड़े जंगलां दे विच बागी होए जां लड़न वाले जां अपने राज भाग दे लई जुल्म दे खिलाफ लड़न वाले सिख सन, आम करके उन्हां नूं मारिया जांदा, उन्हां नूं शहीद किया जांदा। पर लखपत राय ने बिल्कुल उल्टा किया। जिहड़े लाहौर दे विच रहण वाले सिख सन उन्हां सारे निर्दोष सिखां नूं गिरफ्तार कर लिया गया। गिरफ्तार करके लाहौर के नखास चौक दे विच लिया के जदों शहीद करन लगा है ते उस वक्त दीवान कौड़ा मल, सूरता सिंह, देसराज इत्यादि लक्ष्मी नारायण जेड़े उस वक्त वड्डे चेहरे सन, वो सारे दे सारे एक वफद के रूप में जाके लखपत राय नूं मिले। ये भी सारे हिंदू सन। इन्हां ने जाके लखपत राय नूं कहा कि देख तू इदां नजायज़ तौर के उपर जिहड़े निर्दोष सिख है उन्हां दा कतल ना कर, उन्हां नूं ना मार, उन्हां दा कोई कसूर नहीं है। जदों लखपत राय ना मन्निया फिर उन्होंने एक होर गल कही। आम करके सनातन मत दे विच दिनां नूं लैके बड़े तरह की चर्चा चलती है। माड़े चंगे दिनां दी विचार की जाती है, पवित्र दिनां दी विचार की जाती है। वो कहन लगे कि अगले दिन सोमवार की मस्या है, 10 मार्च का यह दिन सी। कहते सोमवार की मस्या है तो ये दिन बड़ा पवित्र हुंदा है, इस करके तू कम सो कम इस दिन सिखां नूं शहीद ना कर, किसी अगों पिछों एक दिन अगे कर दे, जां किसी होर दिन जे तू शहीद करना होवे ते कर लवें, ये दिन छड्ड दे।
ਉਹਦੇ ਸਿਰ ਨੂੰ ਇੰਨਾ ਕੁ ਜ਼ਿਆਦਾ ਹੰਕਾਰ ਚੜਿਆ ਹੋਇਆ ਸੀ। ਲਖਪਤ ਰਾਏ ਕਹਿਣ ਲੱਗਿਆ, ਰੱਬ ਵੀ ਆਣ ਕੇ ਮੈਨੂੰ ਰੋਕਣ ਦਾ ਯਤਨ ਕਰੇ ਤੇ ਮੈਂ ਰੁਕਾਂਗਾ ਨਹੀਂ, ਇਹਨਾਂ ਸਿੱਖਾਂ ਨੂੰ ਮਾਰਿਆ ਜਾਏਗਾ। ਬੜੀ ਬੇਰਹਿਮੀ ਦੇ ਨਾਲ 10 ਮਾਰਚ 1746 ਨੂੰ ਉਹਨਾਂ ਸਿੱਖਾਂ ਨੂੰ ਨਖਾਸ ਚੌਂਕ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ। ਫਿਰ ਜ਼ਹੀਆ ਖਾਨ ਦੇ ਕੋਲੋਂ ਵੱਡੀ ਫੌਜ ਲੈ ਕੇ ਲਖਪਤ ਰਾਏ ਸਿੱਖਾਂ ਨੂੰ ਜਿਹੜੇ ਜੰਗਲਾਂ ਦੇ ਵਿੱਚ ਬੈਠੇ ਸਨ ਉਹਨਾਂ ਸਾਰਿਆਂ ਨੂੰ ਲੱਭਣ ਵਾਸਤੇ ਤੁਰ ਪਿਆ ਕਿ ਕਿੱਥੇ ਕਿੱਥੇ ਸਿੱਖ ਜਿਹੜੇ ਆ ਉਹ ਵਸਦੇ ਪਏ ਨੇ, ਕਿੱਥੇ ਕਿੱਥੇ ਸਿੱਖ ਜਿਹੜੇ ਉਹ ਜੰਗਲਾਂ ਦੇ ਵਿੱਚ ਲੁਕੇ ਪਏ ਨੇ। ਇਹ ਗੱਲ ਲੱਭਣ ਵਾਸਤੇ ਜਦੋਂ ਲਖਪਤ ਰਾਏ ਫੌਜ ਲੈ ਕੇ ਨਿਕਲਿਆ, ਉਦੋਂ ਵੱਡੀ ਗਿਣਤੀ ਵਿੱਚ ਸਿੱਖ ਜਿਹੜੇ ਸਨ ਕਾਹਨੂੰਵਾਨ ਦੇ ਛੰਭ ਦੇ ਵਿੱਚ ਬਿਰਾਜਮਾਨ ਸਨ। ਕਾਹਨੂੰਵਾਨ ਦਾ ਛੰਭ ਜੋ ਅੱਜ ਕੱਲ੍ਹ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਹੈ, ਗੁਰਦਾਸਪੁਰ ਤੋਂ ਕੋਈ 15 ਕਿਲੋਮੀਟਰ ਅੱਗੇ ਜਿਹੜਾ ਉਹ ਉਸ ਛੰਭ ਦੇ ਵਿੱਚ ਅੱਜ ਵੀ ਯਾਦਗਾਰ ਜਿਹੜੀ ਉਹ ਬਣੀ ਹੋਈ ਹੈ। ਉਦੋਂ ਇਹ ਜਿਹੜਾ ਛੰਭ ਸੀ ਭਾਵ ਬੜੇ ਸੰਘਲੇ ਜੰਗਲ ਸਨ, ਇਹਨਾਂ ਦੇ ਵਿੱਚ ਗੁਰੂ ਕੇ ਸਿੱਖ ਜਿਹੜੇ ਉਹ ਡੇਰੇ ਲਾ ਕੇ ਬੈਠੇ ਹੋਏ ਸਨ। ਜਦੋਂ ਲਖਪਤ ਰਾਏ ਨੂੰ ਇਸ ਗੱਲ ਦਾ ਪਤਾ ਲੱਗਾ, ਉਹਨੇ ਫੌਜ ਲਿਆ ਕੇ ਉਹਨਾਂ ਸਿੱਖਾਂ ਨੂੰ ਘੇਰਾ ਪਾ ਲਿਆ। ਜੰਗਲ ਦੇ ਵਿੱਚ ਬੈਠੇ ਸਿੱਖ ਬਾਹਰ ਲਖਪਤ ਰਾਏ ਦੀਆਂ ਫੌਜਾਂ ਨੇ ਘੇਰਾ ਪਾਇਆ। ਕਿਤੇ ਇੱਕ ਤਾਈਂ ਝੜਫ ਹੁੰਦੀ, ਝੜਫ ਹੋਣ ਤੋਂ ਬਾਅਦ ਸਿੱਖ ਦੁਬਾਰਾ ਫਿਰ ਜੰਗਲ ਦੇ ਵਿੱਚ ਜਾ ਕੇ ਛਿਪ ਜਾਂਦੇ। ਲਖਪਤ ਰਾਏ ਬਾਹਰ ਬੈਠਾ ਹੋਇਆ ਕਲਪ ਗਿਆ, ਕਿੰਨਾ ਕੁ ਸਮਾਂ ਘੇਰਾ ਪਾ ਕੇ ਬੈਠਾ ਰਵੇ। ਉਹਨੇ ਕਿਹਾ ਸਾਰੇ ਜੰਗਲਾਂ ਨੂੰ ਜਿਹੜਾ ਉਹ ਕੱਟ ਦਿੱਤਾ ਜਾਏ। ਉਹਨੇ ਬਹੁਤ ਸਾਰੇ ਤਰਖਾਣ ਮੰਗਵਾ ਲਏ, ਜੰਗਲਾਂ ਨੂੰ ਕੱਟਣਾ ਸ਼ੁਰੂ ਕੀਤਾ, ਪਰ ਇੰਨਾ ਵੱਡਾ ਜੰਗਲ ਕੱਟਿਆ ਵੀ ਨਹੀਂ ਸੀ ਜਾ ਸਕਦਾ। ਰਾਤ ਬਰਾਤੇ ਗੁਰੂ ਕੇ ਸਿੱਖ ਆਉਂਦੇ, ਲਖਪਤ ਰਾਏ ਦੀਆਂ ਫੌਜਾਂ ਤੇ ਹਮਲਾ ਕਰਦੇ, ਇਹਨਾਂ ਦੇ ਸ਼ਸਤਰ ਖੋਹ ਕੇ ਲੈ ਜਾਂਦੇ, ਹਥਿਆਰ ਖੋਹ ਕੇ ਲੈ ਜਾਂਦੇ, ਇੱਥੋਂ ਤੱਕ ਕਿ ਖਾਣ ਵਾਸਤੇ ਅਨਾਜ ਜਿਹੜਾ ਸੀ ਉਹ ਖੋਹ ਕੇ ਲੈ ਜਾਂਦੇ। ਜਿਹੜੇ ਸਿੱਖ ਅੰਦਰ ਬੈਠੇ ਹੋਏ ਭੁੱਖੇ ਭਾਣੇ ਸਨ, ਜਦੋਂ ਉਹ ਜੰਗਲਾਂ ਨੂੰ ਕੱਟਣ ਦਾ ਕੰਮ ਸ਼ੁਰੂ ਹੋਇਆ, ਇੰਨੇ ਵੱਡੇ ਪੱਧਰ ਤੇ ਜੰਗਲ ਕੱਟੇ ਵੀ ਨਹੀਂ ਸੀ ਜਾ ਸਕਦੇ। ਆਖਰਕਾਰ ਲਖਪਤ ਰਾਏ ਦੇ ਉਹ ਸ਼ੈਤਾਨੀ ਦਿਮਾਗ ਨੇ ਇੱਕ ਕੰਮ ਕੀਤਾ, ਕਹਿਣ ਲੱਗਿਆ ਕਿ ਇਹ ਸਾਰੇ ਜੰਗਲ ਨੂੰ ਅੱਗ ਲਾ ਕੇ ਸਾੜ ਦਿਓ। ਜਦੋਂ ਜੰਗਲ ਨੂੰ ਅੱਗ ਲਾਈ ਗਈ, ਕੌਮ ਦੇ ਉਸ ਵਕਤ ਦੇ ਜਿਹੜੇ ਜਰਨੈਲ ਸਨ, ਨਵਾਬ ਕਪੂਰ ਸਿੰਘ ਜੀ, ਜੱਸਾ ਸਿੰਘ ਜੀ ਆਲੂਵਾਲੀਆ, ਰਾਮਗੜੀਆ, ਸਰਦਾਰ ਸੁੱਖਾ ਸਿੰਘ ਇਤਿਆਦਿਕ ਗੁਰੂ ਕੇ ਸਿੱਖ, ਉਹਨਾਂ ਨੇ ਕਿਹਾ, ਕਹਿਣ ਲੱਗੇ ਕਿ ਕਿਵੇਂ ਇਸ ਜੰਗਲ ਦੇ ਵਿੱਚ ਅੱਗ ਦੇ ਨਾਲ ਸੜ ਕੇ ਮਰਨ ਦੀ ਬਜਾਏ ਆਪਾਂ ਸਾਰੇ ਜੂਝ ਕੇ ਸ਼ਹਾਦਤਾਂ ਦਾ ਜਾਮ ਪੀ ਜਾਂਦੇ ਹਾਂ। ਨਾਲ ਹੀ ਕਹਿ ਦਿੱਤਾ ਗਿਆ ਕਿ ਜਿਹੜਾ ਸਿੱਖ ਜਿਹੜੇ ਪਾਸੇ ਨੂੰ ਨਿਕਲ ਸਕਦਾ ਹੈ ਉਹ ਨਿਕਲ ਜਾਵੇ। ਇਸ ਵਕਤ ਕੌਮ ਨੂੰ ਬਚਾਉਣ ਦੀ ਲੋੜ ਹੈ। ਤੇ ਉਸ ਵਕਤ ਜਿਹੜੇ ਪੈਦਲ ਸਨ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਅੱਗੇ ਨੂੰ ਪਹਾੜਾਂ ਵਾਲੇ ਪਾਸੇ ਨੂੰ ਚੜ੍ਹ ਜਾਓ। ਪਰ ਜਦੋਂ ਉਹ ਵੀ ਸਿੱਖ ਪਹਾੜਾਂ ਵਾਲੇ ਪਾਸੇ ਨੂੰ ਚੜ੍ਹਨ ਲੱਗੇ ਤੇ ਉਸ ਵਕਤ ਜਿਹੜੇ ਪਹਾੜੀਆਂ ਦੇ ਉੱਪਰ ਬੈਠੇ ਹੋਏ ਲੋਕ ਸਨ, ਜਿਨ੍ਹਾਂ ਨੂੰ ਪਹਿਲਾਂ ਹੀ ਲਖਪਤ ਰਾਏ ਦਾ ਸੁਨੇਹਾ ਪਹੁੰਚ ਚੁੱਕਾ ਸੀ, ਉਹਨਾਂ ਨੇ ਉੱਪਰੋਂ ਪੱਥਰ ਮਾਰਨੇ ਸ਼ੁਰੂ ਕੀਤੇ। ਉਹਨਾਂ ਨੇ ਵੀ ਅੱਗੋਂ ਸ਼ਸਤਰਾਂ ਦੇ ਨਾਲ ਹਮਲਾ ਕੀਤਾ। ਇੱਕ ਪਾਸੇ ਰਾਵੀ ਦਰਿਆ ਵਗਦਾ ਪਿਆ ਸੀ, ਇੱਕ ਪਾਸੇ ਜੰਗਲ ਨੂੰ ਅੱਗ ਲੱਗੀ ਹੋਈ ਸੀ, ਦੂਸਰੇ ਪਾਸੇ ਉਸ ਲਖਪਤ ਰਾਏ ਦੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫੌਜਾਂ ਬੈਠੀਆਂ ਹੋਈਆਂ ਸਨ। ਗੁਰੂ ਕੇ ਸਿੱਖਾਂ ਨੇ ਕਿਹਾ ਵੀ ਜਿਹੜਾ ਵੀ ਜਿਸ ਤਰ੍ਹਾਂ ਇੱਥੋਂ ਨਿਕਲ ਸਕਦਾ ਹੈ ਉਹ ਕੱਟ ਕੇ ਫੌਜ ਨੂੰ ਚੀਰ ਕੇ ਰਾਵੀ ਦੇ ਵਿੱਚੋਂ ਦੀ ਜਿੱਦਾਂ ਵੀ ਜਾਣਾ ਚਾਹੁੰਦਾ ਹੈ ਉਹ ਜਾ ਸਕਦਾ ਹੈ। ਤੇ ਉਸ ਵਕਤ ਸਭ ਤੋਂ ਪਹਿਲਾਂ ਸਰਦਾਰ ਗੁਰਦਿਆਲ ਸਿੰਘ ਸਨ, ਉਹਨਾਂ ਨੇ ਆਪਣੇ ਘੋੜੇ ਸਮੇਤ ਰਾਵੀ ਦਰਿਆ ਦੇ ਵਿੱਚ ਛਾਲ ਮਾਰੀ, ਪਰ ਬਾਅਦ ਵਿੱਚ ਉਹ ਲੱਭ ਨਹੀਂ ਸਕੇ ਕਿਉਂਕਿ ਰਾਵੀ ਦਾ ਪਾਣੀ ਜਿਹੜਾ ਸੀ ਉਹ ਬਹੁਤ ਤੇਜ਼ ਵਗਦਾ ਪਿਆ ਸੀ। ਉਧਰੋਂ ਵੀ ਸਿੱਖ ਜਿਹੜੇ ਸਨ ਰਾਵੀ ਪਾਰ ਨਹੀਂ ਸਨ ਕਰ ਸਕਦੇ। ਸਿੱਖ ਜਿਹੜੇ ਸਨ ਫੌਜਾਂ ਦੇ ਨਾਲ ਉੱਥੇ ਜੂਝਦੇ ਗਏ, ਬਹੁਤ ਸਾਰੇ ਸ਼ਹਾਦਤਾਂ ਦੇ ਜਾਮ ਪੈ ਗਏ। ਸਰਦਾਰ ਸੁੱਖਾ ਸਿੰਘ ਜੀ ਮਾੜੀ ਕੰਮੋਂ ਕੇ ਉਹਨਾਂ ਨੇ ਦੇਖਿਆ ਕਿ ਸਾਹਮਣੇ ਲਖਪਤ ਰਾਏ ਜਿਹੜਾ ਹੈ ਉਹ ਆਪਣੇ ਫੌਜਾਂ ਦੀ ਅਗਵਾਈ ਕਰਦਾ ਪਿਆ। ਉਹਨਾਂ ਨੇ ਆਪਣਾ ਘੋੜਾ ਬੜੀ ਤੇਜ਼ੀ ਦੇ ਨਾਲ ਦੌੜਾਇਆ ਵੀ ਜਾ ਕੇ ਲਖਪਤ ਰਾਏ ਦੇ ਨਾਲ ਨਜਿੱਠਿਆ ਜਾਏ, ਉਹਨੂੰ ਮਾਰਿਆ ਜਾਏ। ਪਰ ਐਨ ਜਦੋਂ ਲਖਪਤ ਰਾਏ ਦੇ ਬਿਲਕੁਲ ਨੇੜੇ ਚਲੇ ਗਏ, ਇੱਕ ਤੋਪ ਦਾ ਗੋਲਾ ਆਣ ਕੇ ਉਹਨਾਂ ਦੀ ਲੱਤ ਦੇ ਉੱਪਰ ਵੱਜਾ। ਉਹ ਬੜੀ
ਡੂੰਘੀ ਤਰ੍ਹਾਂ ਦੇ ਨਾਲ ਉਹ ਜ਼ਖਮੀ ਹੋ ਗਏ। ਲੱਤ ਜਿਹੜੀ ਸੀ ਬੜੀ ਨੁਕਸਾਨੀ ਗਈ। ਇਤਿਹਾਸ ਦੇ ਮੁਤਾਬਕ ਬਾਅਦ ਵਿੱਚ ਉਹ ਲੱਤ ਉਹਨਾਂ ਦੀ ਕੱਟਣੀ ਪਈ। ਉੱਥੇ ਸਰਦਾਰ ਜਿਹੜਾ ਜ਼ਖਮੀ ਹੋਣ ਕਰਕੇ ਲਖਪਤ ਰਾਏ ਦੇ ਨੇੜੇ ਨਾ ਪਹੁੰਚ ਸਕਿਆ। ਕੋਲ ਆਏ ਹੋਰਨਾਂ ਸਿੱਖਾਂ ਨੇ ਭਾਈ ਸੁੱਖਾ ਸਿੰਘ ਨੂੰ ਸੰਭਾਲਿਆ ਤੇ ਉਹ ਇਸ ਤਰ੍ਹਾਂ ਦੇ ਨਾਲ ਉਸ ਸੰਗਰਾਮ ਦੇ ਵਿੱਚ ਉੱਥੇ ਕੁਝ ਸਿੱਖ ਸ਼ਹਾਦਤਾਂ ਦੇ ਜਾਮ ਪੀਂਦੇ ਗਏ, ਕੁਝ ਲੜਦੇ ਗਏ, ਕੁਝ ਫੌਜਾਂ ਨੂੰ ਚੀਰਦੇ ਹੋਏ ਲੜਦਿਆਂ ਬਾਹਰ ਨਿਕਲ ਆਏ, ਕੁਝ ਰਾਵੀ ਦੇ ਕੰਢੇ ਮੰਨ ਲਓ ਇਹ ਜੇਠ ਹਾੜ ਦੀਆਂ ਧੁੱਪਾਂ ਰਾਵੀ ਦੇ ਕੰਢੇ ਤੇ ਤਪਦੀ ਹੋਈ ਰੇਤ ਹੈ, ਉਹਦੇ ਉੱਪਰ ਦੇ ਜਦੋਂ ਸਿੱਖ ਤੁਰਦੇ ਨੇ ਪੈਰਾਂ ਦੇ ਵਿੱਚ ਤੁਰਦਿਆਂ ਛਾਲੇ ਹੋ ਗਏ। ਆਪਣੇ ਬਸਤਰਾਂ ਦੇ ਨਾਲੋਂ ਉਹਨਾਂ ਨੇ ਲੀਰਾਂ ਪਾੜ ਕੇ ਆਪਣੇ ਪੈਰਾਂ ਦੇ ਉੱਪਰ ਬੰਨ ਲਈਆਂ ਤੇ ਇਦਾਂ ਕਰਕੇ ਤੁਰਦੇ ਗਏ। ਕੁਝ ਪਹਾੜੀਆਂ ਦੇ ਰਸਤੇ ਤੁਰਦਿਆਂ 4-5 ਮਹੀਨੇ ਦਾ ਸਫ਼ਰ ਤੈਅ ਕਰਕੇ ਕੀਰਤਪੁਰ ਸਾਹਿਬ ਦੀ ਧਰਤੀ ਵਾਲੇ ਪਾਸੇ ਨੂੰ ਪਹੁੰਚ ਗਏ। ਕੁਝ ਰਾਵੀ ਦੇ ਕੰਢਿਆਂ ਥਾਣੀ ਤੁਰੇ, ਕੁਝ ਰਾਵੀ ਦੇ ਵਿੱਚੋਂ ਦੀ ਲੰਘ ਕੇ ਗਏ, ਕੁਝ ਫੌਜਾਂ ਦੇ ਨਾਲ ਟੱਕਰ ਲੈਂਦੇ ਹੋਏ ਲੜਦਿਆਂ ਜਿਹੜੇ ਨੇ ਉਹ ਫੌਜਾਂ ਦੇ ਘੇਰੇ ਨੂੰ ਚੀਰ ਕੇ ਲੰਘ ਕੇ ਗਏ। ਪਰ ਇਹ ਜੋ ਕੁਝ ਉੱਥੇ ਕਾਹਨੂੰਵਾਨ ਦੇ ਸ਼ੰਭ ਦੇ ਵਿੱਚ ਹੋਇਆ, ਜਿਵੇਂ ਸਿੱਖਾਂ ਦੇ ਉੱਪਰ ਤਸ਼ੱਦਦ ਕੀਤਾ ਗਿਆ, ਜਿਵੇਂ ਲਖਪਤ ਰਾਏ ਵਰਗਿਆਂ ਨੇ ਸਿੱਖ ਨਸਲਕੁਸ਼ੀ ਕਰਨ ਦਾ ਯਤਨ ਕੀਤਾ, ਇਸ ਸਾਰੇ ਸੰਗਰਾਮ ਦੇ ਸਮੇਂ ਲਗਭਗ 10-11 ਹਜ਼ਾਰ ਸਿੱਖ ਜਿਹੜੇ ਸਨ ਉਹ ਸ਼ਹਾਦਤ ਦਾ ਜਾਮ ਪੀ ਗਏ। ਇਸ ਘਟਨਾਕ੍ਰਮ ਨੂੰ ਸਿੱਖ ਜਗਤ ਨੇ ਛੋਟੇ ਘੱਲੂਘਾਰੇ ਦਾ ਨਾਮ ਦਿੱਤਾ ਹੈ, ਜੋ ਮਈ ਦਾ ਮਹੀਨਾ ਸਨ 1746 ਦੇ ਵਿੱਚ ਵਾਪਰਿਆ ਕਾਹਨੂੰਵਾਨ ਦੀ ਸ਼ੰਭ ਦੇ ਵਿੱਚ। ਤੇ ਇਸੇ ਤਰ੍ਹਾਂ ਦੇ ਨਾਲ ਰਤਨ ਸਿੰਘ ਜੀ ਭੰਗੂ ਤੇ ਇਦਾਂ ਲਿਖਦੇ ਨੇ, ਉਹ ਕਹਿੰਦੇ ਨੇ ਕਿ ਇਸ ਘੱਲੂਘਾਰੇ ਦੇ ਦੌਰਾਨ 7000 ਸਿੱਖ ਜਿਹੜਾ ਉਹ ਸ਼ਹਾਦਤ ਦਾ ਜਾਮ ਪੀ ਗਿਆ। 3000 ਸਿੱਖ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਨੂੰ ਬਾਅਦ ਵਿੱਚ ਨਖਾਸ ਚੌਂਕ ਦੇ ਵਿੱਚ ਲਿਆ ਕੇ ਜਿਹੜਾ ਹੈ ਉਹ ਬੇਰਹਿਮੀ ਦੇ ਨਾਲ ਤਸੀਹੇ ਦੇ ਕੇ ਸ਼ਹੀਦ ਕੀਤਾ। ਇਹ ਸਿੱਖਾਂ ਦਾ ਛੋਟਾ ਘੱਲੂਘਾਰੇ ਦਾ ਭਾਵ ਹੁੰਦਾ ਹੈ ਕਿ ਸਰਬਨਾਸ਼ ਤਬਾਹੀ, ਜਿਹਦੇ ਵਿੱਚ ਬਹੁਤ ਜ਼ਿਆਦਾ ਜਾਨੀ ਜਾਂ ਮਾਲੀ ਨੁਕਸਾਨ ਹੋਇਆ ਹੋਵੇ ਤੇ ਉਹਨੂੰ ਇਤਿਹਾਸ ਜਿਹੜਾ ਘੱਲੂਘਾਰਾ ਆਖਦਾ ਹੈ। ਸਿੱਖ ਜਗਤ ਨੇ ਇਦਾਂ ਦੇ ਘੱਲੂਘਾਰੇ ਆਪਣੇ ਤਨ ਦੇ ਉੱਪਰ ਭਾਵੇਂ ਕਿ ਸਮੇਂ ਦੇ ਉੱਪਰ ਹੰਢਾਏ, ਪਰ ਮੁੱਖ ਰੂਪ ਦੇ ਵਿੱਚ 3 ਘੱਲੂਘਾਰਿਆਂ ਦਾ ਸਾਹਮਣਾ ਸਿੱਖਾਂ ਨੂੰ ਕਰਨਾ ਪਿਆ। ਇੱਕ ਇਹ ਹੈ ਜੋ ਮਈ ਸਨ 1746 ਦੇ ਵਿੱਚ ਵਾਪਰਿਆ। ਲਖਪਤ ਰਾਏ ਨੇ ਜਈਆ ਖਾਨ ਦੀ ਸ਼ਹਿ ਦੇ ਉੱਪਰ ਸਿੱਖਾਂ ਨੂੰ ਮਾਰਨ ਦਾ ਕੁਚਲਣ ਦਾ ਯਤਨ ਕੀਤਾ। ਇੱਕ ਸਮੇਂ 1762 ਦੇ ਵਿੱਚ ਫਰਵਰੀ ਦੇ ਮਹੀਨੇ ਅਹਿਮਦ ਸ਼ਾਹ ਅਬਦਾਲੀ ਨੇ ਕੋਪਰ ਹੀੜੇ ਦੇ ਮੈਦਾਨ ਵਿੱਚ ਸਿੱਖਾਂ ਨੂੰ ਮਾਰਨ ਦਾ ਕੁਚਲਣ ਦਾ ਯਤਨ ਕੀਤਾ। ਇਸੇ ਤਰ੍ਹਾਂ ਦੇ ਨਾਲ 1984 ਦੇ ਵਿੱਚ ਉਸ ਵਕਤ ਦੀ ਹਕੂਮਤ ਤਖਤ ਦੇ ਨਸ਼ੇ ਦੇ ਹੰਕਾਰ ਦੇ ਵਿੱਚ ਇੰਦਰਾ ਨੇ ਸਿੱਖਾਂ ਨੂੰ ਕੁਚਲਣ ਦਾ ਨਸਲਕੁਸ਼ੀ ਕਰਨ ਦਾ ਯਤਨ ਕੀਤਾ। ਇਹ 3 ਘੱਲੂਘਾਰੇ ਸਿੱਖਾਂ ਨੇ ਆਪਣੇ ਤਨ ਦੇ ਉੱਪਰ ਹੰਢਾਏ। ਵੈਸੇ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਸਿੱਖਾਂ ਨੇ ਸੰਗਰਾਮ ਹੀ ਕੀਤਾ ਹੈ। ਇਹਨਾਂ ਨੂੰ ਹਰ ਵਕਤ ਸੰਘਰਸ਼ ਦਾ ਸਾਹਮਣਾ ਕਰਨਾ ਪਿਆ। ਅੱਜ ਵੀ ਸਿੱਖ ਉਸੇ ਤਰ੍ਹਾਂ ਦੇ ਨਾਲ ਸੰਘਰਸ਼ ਜਿਹੜਾ ਉਹ ਕਰਦੇ ਪਏ ਨੇ। ਇਹ ਸਾਰੀਆਂ ਸ਼ਹਾਦਤਾਂ ਹੋਈਆਂ, ਇਹਨਾਂ ਸ਼ਹਾਦਤਾਂ ਦੇ ਕਰਕੇ ਅੱਜ ਵੀ ਆਪਾਂ ਇਹਨਾਂ ਨੂੰ ਚੇਤੇ ਕਰਦੇ ਹਾਂ, ਯਾਦ ਕਰਦੇ ਹਾਂ। ਕਾਹਨੂੰਵਾਨ ਦੀ ਸ਼ੰਭ ਦੇ ਵਿੱਚ ਉਹਨਾਂ ਸ਼ਹੀਦ ਹੋ ਚੁੱਕੇ ਜਿਹੜੇ ਸਿੱਖ ਸਨ, ਜਿਹੜੇ ਇਸ ਘੱਲੂਘਾਰੇ ਦੇ ਦੌਰਾਨ ਸ਼ਹਾਦਤਾਂ ਦਾ ਜਾਮ ਪੀ ਗਏ, ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਉਹਨਾਂ ਦੀ ਯਾਦਗਾਰ ਜਿਹੜੀ ਉਹ ਸਥਾਪਿਤ ਕੀਤੀ ਗਈ ਹੈ। ਇਹ ਜਿਹਾ ਮਾਣਮੱਤਾ ਇਤਿਹਾਸ ਜਿਹੜਾ ਸਾਡੇ ਬਜ਼ੁਰਗਾਂ ਨੇ ਸਿਰਜਿਆ ਹੈ, ਆਪਣੇ ਤਨ ਤੇ ਹੰਢਾਇਆ ਹੈ, ਉਸ ਇਤਿਹਾਸ ਨੂੰ ਸਾਨੂੰ ਆਪ ਵੀ ਪੜ੍ਹਨ ਦੀ ਲੋੜ ਹੈ, ਆਪਣੇ ਬੱਚਿਆਂ ਨੂੰ ਪੜ੍ਹਾਉਣ ਦੀ ਲੋੜ ਹੈ, ਤਾਂ ਕਿ ਆਉਣ ਵਾਲੇ ਸਮੇਂ ਦੌਰਾਨ ਵੀ ਸਾਡੇ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਕਿਹੜੇ ਬਹਾਦਰੀ ਦੇ ਕਾਰਨਾਮੇ ਸਾਡੇ ਬਜ਼ੁਰਗਾਂ ਨੇ ਕਰਕੇ ਵਿਖਾਏ, ਕਿਵੇਂ ਕੀਤੇ ਤੇ ਅੱਜ ਅਸੀਂ ਕਿੱਥੇ ਕੋ ਆਣ ਕੇ ਖੜ ਗਏ ਹਾਂ। ਇਤਿਹਾਸ ਸਦਾ ਹੀ ਕੌਮਾਂ ਦੇ ਲਈ ਪ੍ਰੇਰਨਾ ਸਰੋਤ ਹੁੰਦਾ ਹੈ। ਕੌਮਾਂ ਜਿਹੜੀਆਂ ਆਪਣੇ ਇਤਿਹਾਸ ਤੋਂ ਪ੍ਰੇਰਨਾ ਲੈਂਦੀਆਂ, ਪਿੱਛੇ ਹੋ ਚੁੱਕੀਆਂ ਜਿਹੜੀਆਂ ਘਟਨਾਵਾਂ ਜਾਂ ਕੁਝ ਗਲਤੀਆਂ ਹੋਣ ਉਹਨਾਂ ਨੂੰ ਅੱਗੇ ਸੁਧਾਰਨ ਦਾ ਯਤਨ ਕਰਨ ਦਾ ਕੰਮ ਕਰਦਾ ਇਤਿਹਾਸ। ਇਸ ਕਰਕੇ ਸਾਡੇ ਬਜ਼ੁਰਗਾਂ ਦਾ ਸਿਰਜਿਆ ਹੋਇਆ ਇਤਿਹਾਸ ਬਹੁਤ ਮਾਣਮੱਤਾ ਹੈ।
ਅੱਜ ਦੇ ਇਸ ਦਿਨ ਦੇ ਦੌਰਾਨ ਛੋਟਾ ਘੱਲੂਘਾਰਾ ਸਮੁੱਚੇ ਸਿੱਖ ਪੰਥ ਨੇ ਮਨਾਉਣਾ ਹੈ। ਆਪਾਂ ਵੀ ਉਹਨਾਂ ਸ਼ਹੀਦਾਂ ਨੂੰ, ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰ ਸਕੀਏ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਖਿਮਾ ਕਰਨੀਆਂ, ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨੀ, ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।